ਇਹ ਕੋਸ਼ਿਸ਼ਾਂ ਜਿਹੜੀਆਂ ਨੇ ਇਨਵੈਸਟਮੈਂਟ ਦੇ ਲਈ ਕੀਤੀਆਂ ਜਾ ਰਹੀਆਂ ਨੇ, ਇਹ ਸੱਚੀਓ ਸਿਰੇ ਵੀ ਲੱਗਣਗੀਆਂ ਜਾਂ ਇਹ ਦੌਰੇ ਸਿਰਫ ਦੌਰੇ ਬਣ ਕੇ ਪਹਿਲੀਆਂ ਸਰਕਾਰਾਂ ਵਾਂਗ ਰਹਿ ਜਾਣਗੇ? ਸਰਪੰਚ ਸਿੰਘ ਮਾਨ ਧਰਤੀ ਤੋਂ ਉੱਠ ਆਏ ਨੇ। ਪੰਜਾਬ ਨੂੰ ਮੁੜ ਕੇ ਪੈਰਾਂ ਤੇ ਕਿਸ ਤਰ੍ਹਾਂ ਖੜਾ ਕਰਨਾ, ਇਹ ਇਸ਼ੂ ਦੇ ਉੱਤੇ ਮਾਨ ਸਾਹਿਬ ਲੱਗੇ ਹੋਏ ਨੇ। ਅਸੀਂ ਮਾਈਨਿੰਗ ਦੇ ਵਿੱਚੋਂ 20,000 ਕਰੋੜ ਲਿਆਵਾਂਗੇ, ਅਸੀਂ ਲਿਕਰ ਦੇ ਵਿੱਚੋਂ ਇੰਨੇ 1000 ਕਰੋੜ ਰੁਪਈਆ ਲਿਆਵਾਂਗੇ, ਅਸੀਂ ਕਰਪਸ਼ਨ ਚੋਂ ਇੰਨੇ ਪੈਸੇ ਬਚਾ ਲਾਂਗੇ। ਉਹ ਮਾਈਨਿੰਗ ਦੀ ਪਾਲਿਸੀ, ਉਹ ਲਿਕਰ ਦੀ ਪਾਲਿਸੀ, ਉਹ ਸਾਰੀਆਂ ਚੀਜ਼ਾਂ ਕਰਕੇ ਦੇਖ ਲਈਆਂ, ਹਕੀਕਤ ਪਤਾ ਲੱਗ ਗਈ। ਇਹ ਗੱਲਾਂ ਤੁਸੀਂ ਨਾ ਲਏ ਨੇ, ਬਸ ਮੈਨੇਜਮੈਂਟ ਦੀ ਘਾਟ ਹੈ। ਜੇ ਇਸ ਤਰ੍ਹਾਂ ਦੀ ਵੀ ਮੈਂ ਤਾਂ ਇਸ ਗੱਲ 'ਤੇ ਵੀ ਹੈ, ਜੇ ਪੰਜਾਬ ਨੂੰ ਬਚਾਉਣ ਵਾਸਤੇ ਸਾਨੂੰ ਕੁਝ ਸੈਕਰੀਫਾਈ ਕਰਨੀ ਪਵੇ ਤੇ ਕਰ ਲੈਣੀ ਚਾਹੀਦੀ ਹੈ। ਚੇਅਰਮੈਨ ਦੀ ਕੋਈ ਲਾਲਸਾ ਜਾਂ ਇੱਛਾ ਨਹੀਂ ਹੈ ਜਾਂ ਅਫਸੋਸ ਤਾਂ ਨਹੀਂ ਹੈ ਕੋਈ ਇਸ ਤਰੀਕੇ? ਮੇਰੀ ਸਰਵਿਸ ਜਿਹੜੀਆਂ ਹੈਗੀਆਂ ਪਾਰਟੀ ਨੂੰ ਉਹਦਾ ਫਾਇਦਾ ਉਠਾਉਣਾ ਚਾਹੀਦਾ। ਬਿਹਤਰ ਲੱਗਦੀ ਹੈ ਕਾਂਗਰਸ ਨਾਲੋਂ ਆਮ ਆਦਮੀ ਪਾਰਟੀ, ਜਾਂ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਅਜੇ ਨਵੀਂ ਆ, ਪੋਲੀਟੀਕਲ ਤੌਰ ਤੇ ਬੜਾ ਕੁਝ ਅਜੇ ਇਸ ਪਾਰਟੀ ਨੂੰ ਸਿੱਖਣ ਦੀ ਜ਼ਰੂਰਤ ਹੈਗੀ? ਅੱਜ ਤੱਕ ਅਸੀਂ ਪਿੰਡ ਨੂੰ, ਕਿਸੇ ਮਹੱਲੇ ਨੂੰ, ਕਿਸੇ ਸ਼ਹਿਰ ਨੂੰ ਇਹ ਨਹੀਂ ਕਹਿ ਸਕਦੇ ਕੰਪਲੀਟ ਹੋ ਗਿਆ, ਤੇ ਨਾ ਆਦਮੀ ਇਹ ਸਮਝ ਸਕਦਾ ਕਿ ਮੈਂ ਕਿਸੇ ਗੱਲ 'ਚ ਪਰਫੈਕਟ ਹੋ ਗਿਆ। ਕਈ ਲੋਕ ਆਉਂਦੇ ਨੇ ਪੋਲਿਟਿਕਸ ਬਹੁਤ ਲੌਂਗ ਲਾਈਫ ਜਿਹੜੇ ਜੀਂਦੇ ਨੇ, ਕਈ ਹੁੰਦੇ ਸ਼ਾਰਟ ਕਮਿੰਗਸ ਹੁੰਦੀਆਂ ਨੇ, ਤੇਜ਼ ਹਨੇਰੀਆਂ, ਤੇਜ਼ ਮੀਂਹ, ਤੇਜ਼ ਕੋਈ ਵੀ ਚੀਜ਼ ਹੋਏਗੀ ਉਹਦੀ ਵਾਪਸੀ ਜਲਦੀ ਹੋ ਜਾਏਗੀ। ਮੈਂ ਉਹ ਸ਼ਖਸ ਹਾਂ ਜਿਹਨੂੰ ਬਾਈ ਨੇਮ ਲੈ ਕੇ ਮੈਂ ਉਹ ਸ਼ਬਦ ਨਹੀਂ ਕਹਿੰਦਾ ਅੱਛਾ ਨਹੀਂ ਸੋਸਾਇਟੀ 'ਚ ਵਰਤਣ। ਮੈਂ ਉਹ ਸ਼ਖਸ ਹਾਂ ਜੋ ਕਿਤੇ ਲੇਬਰ ਕਰਦੇ ਹੋਏ ਤੋਂ ਉੱਤੋਂ ਹੱਥ ਦੇ ਉੱਤੇ ਰੋਟੀ ਦੂਰੋਂ ਸੁੱਟੀ ਜਾਂਦੀ ਤੇ ਉਹਦੇ ਉੱਤੇ ਸਬਜ਼ੀ ਪਰੋਸੀ ਜਾਂਦੀ ਸੀ ਉੱਤੋਂ ਸਾਰਾ ਕੁਝ। ਮੈਂ ਉਹ ਕੁਛ ਦੇਖਿਆ, ਇਹ ਗੱਲਾਂ ਮੇਰੇ ਹਿਰਦੇ 'ਚ ਲਿਖੀਆਂ ਹੋਈਆਂ ਨੇ। ਜੋ ਵਿਹਾਰ ਮੈਨੂੰ ਬਚਪਨ ਦੇ ਵਿੱਚ ਹੋਇਆ ਐਸੀ ਮੇਰੀ ਕਮਿਊਨਿਟੀ ਕਰਕੇ ਮੈਨੂੰ ਕਦੀ ਸਾਰੀ ਉਮਰ ਨਹੀਂ ਭੁੱਲਦਾ। ਪੰਜਾਬ ਦੀ ਸਿਆਸਤ ਦੇ ਵਿੱਚ 2022 ਦੀਆਂ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਨਾਲ ਇੱਕ ਬਦਲਾਅ ਤਾਂ ਇਹ ਆਇਆ ਕਿ ਰਵਾਇਤੀ ਪਾਰਟੀਆਂ ਦੀ ਜਿਹੜੀ ਉੱਤਰ ਕਾਟੋ ਮੈਚੜਾਂ ਵਾਲੀ ਇੱਕ ਦੌੜ ਚੱਲਦੀ ਸੀਗੀ ਉਹ ਬੰਦ ਹੋ ਗਈ ਹੈ। ਪਰ ਸਿਆਸਤ ਦੇ ਵਿੱਚ ਅਜੇ ਵੀ ਉਹੀ ਚੀਜ਼ਾਂ ਬਾਦਸਤੂਰ ਚੱਲਦੀਆਂ ਪਈਆਂ ਨੇ, ਉਹੀ ਆਰੋਪ ਪ੍ਰਤੀ ਆਰੋਪ ਦਾ ਸਿਲਸਿਲਾ ਤੇ ਉਹੀ ਪੰਜਾਬ ਦੀਆਂ ਸਥਿਤੀਆਂ ਨੂੰ ਲੈ ਕੇ ਟੀਕਾ ਟਿੱਪਣੀਆਂ। ਫਿਲਹਾਲ ਜੇ ਆਰਥਿਕ ਹਾਲਾਤਾਂ ਦੀ ਗੱਲ ਕਰ ਲਈਏ ਤੇ ਪੰਜਾਬ ਦੇ ਵਿੱਚੋਂ ਇੰਡਸਟਰੀ ਲਗਾਤਾਰ ਪਲਾਇਨ ਕਰ ਗਈ ਸੀਗੀ ਪਿਛਲੀਆਂ ਸਰਕਾਰਾਂ ਦੇ ਸਮੇਂ। ਹੁਣ ਇਸ ਸਰਕਾਰ ਨੇ ਦਾਅਵਾ ਕੀਤਾ ਕਿ ਇੱਥੇ ਇਨਵੈਸਟਮੈਂਟ ਕਰਵਾਵਾਂਗੇ। ਇਹਦੇ ਲਈ ਪਹਿਲਾਂ ਟਾਟਾ ਗਰੁੱਪ ਦੇ ਨਾਲ ਵੀ ਇੱਕ ਐਗਰੀਮੈਂਟ ਕਿਹਾ ਜਾ ਸਕਦਾ ਕਿ ਕੀਤਾ, ਤੇ ਉਹਦੇ ਤੋਂ ਬਾਅਦ ਹੁਣ ਭਗਵੰਤ ਮਾਨ ਹੋਰੀ ਜਰਮਨੀ ਜਾ ਰਹੇ ਨੇ ਔਰ ਉੱਥੇ ਇਨਵੈਸਟਮੈਂਟ ਇਨਵਾਈਟ ਕਰਨਗੇ। ਇਹਦੇ ਤੋਂ ਇਲਾਵਾ ਪੰਜਾਬ ਦੇ ਹੋਰ ਬਹੁਤ ਸਾਰੇ ਭਖ ਦੇ ਮਸਲੇ ਨੇ, ਆਪਾਂ ਇਹਨਾਂ ਦੇ ਉੱਤੇ ਚਰਚਾ ਕਰਨੀ, ਔਰ ਚਰਚਾ ਕਰਨ ਲਈ ਮੇਰੇ ਨਾਲ ਬਕਾਇਦਾ ਮੌਜੂਦ ਰਹਿਣਗੇ ਆਮ ਆਦਮੀ ਪਾਰਟੀ ਦੇ ਫਗਵਾੜੇ ਤੋਂ ਹਲਕਾ ਇੰਚਾਰਜ ਔਰ 22 ਦੀਆਂ ਚੋਣਾਂ ਵੀ ਇਹਨਾਂ ਨੇ ਇੱਥੋਂ ਲੜੀਆਂ ਸੀ, ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਨੇ। ਮਾਨ ਸਾਹਿਬ, ਸਭ ਤੋਂ ਪਹਿਲਾਂ ਤਾਂ ਜੀ ਆਇਆਂ। ਟੀਵੀ ਪੰਜਾਬ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਥੈਂਕ ਯੂ ਮਿਸਟਰ ਜਸਵੀਰ। ਮੈਨੂੰ ਖੁਸ਼ੀ ਹੈ ਕਿ ਅੱਜ ਮੈਂ ਤੁਹਾਡੇ ਰੂਬਰੂ ਹੋ ਰਿਹਾ, ਪੇਸ਼ ਹੋ ਰਿਹਾ ਦਰਸ਼ਕਾਂ ਦੇ ਸਾਹਮਣੇ। ਆਪਾਂ ਮਾਨ ਸਾਹਿਬ ਸ਼ੁਰੂਆਤ ਮਾਨ ਸਾਹਿਬ ਦੇ ਦੌਰੇ ਤੋਂ ਹੀ ਕਰ ਲੈਂਦੇ ਹਾਂ। ਉਹ ਜਰਮਨੀ ਜਾ ਰਹੇ ਨੇ, ਇਨਵੈਸਟਮੈਂਟ ਦੀ ਗੱਲ ਕਰ ਲਏ। ਪਹਿਲਾਂ ਟਾਟਾ ਗਰੁੱਪ ਨਾਲ ਵੀ 2600 ਕਰੋੜ ਦਾ ਜਿਹੜਾ ਆ ਉਹ ਕਰਾਰ ਇਸ ਤਰੀਕੇ ਨਾਲ ਕੀਤਾ ਗਿਆ ਸੀਗਾ ਕਿ ਇੱਥੇ ਇਨਵੈਸਟਮੈਂਟ ਹੋਏਗੀ। ਲੱਗਦਾ ਆ ਕਿ ਇਹ ਕੋਸ਼ਿਸ਼ਾਂ ਜਿਹੜੀਆਂ ਨੇ ਇਨਵੈਸਟਮੈਂਟ ਦੇ ਲਈ ਕੀਤੀਆਂ ਜਾ ਰਹੀਆਂ ਨੇ, ਇਹ ਸੱਚੀਓ ਸਿਰੇ ਵੀ ਲੱਗਣਗੀਆਂ ਜਾਂ ਇਹ ਦੌਰੇ ਸਿਰਫ ਦੌਰੇ ਬਣ ਕੇ ਪਹਿਲੀਆਂ ਸਰਕਾਰਾਂ ਵਾਂਗ ਰਹਿ ਜਾਣਗੇ? ਦੌਰੇ ਨਹੀਂ, ਜਿਹੜੀ ਮਾਨ ਸਾਹਿਬ ਦੀ ਸਰਕਾਰ ਹੈ ਸੋਲਿਡ ਹੈ, ਮਜ਼ਬੂਤ ਹੈ, ਸਟੇਬਲ ਹੈ। ਆਮ ਚਰਚਾ ਜਿਹੜੀ ਤੁਸੀਂ ਪਹਿਲਾਂ ਕਰ ਵੀ ਰਹੇ ਹੋ, ਮੈਂ ਉਹਨਾਂ ਗੱਲਾਂ ਜ਼ਿਆਦਾ ਧਿਆਨ ਨਹੀਂ ਦਿੰਦਾ। ਪੰਜਾਬ ਨੂੰ ਮੁੜ ਕੇ ਪੈਰਾਂ 'ਤੇ ਕਿਸ ਤਰ੍ਹਾਂ ਖੜਾ ਕਰਨਾ, ਇਹ ਇਸ਼ੂ ਦੇ ਉੱਤੇ ਮਾਨ ਸਾਹਿਬ ਲੱਗੇ ਹੋਏ ਨੇ। ਜਰਮਨ ਗਏ ਨੇ, ਉੱਥੇ ਕੁਛ ਸਮਝੌਤੇ ਹੋਣਗੇ ਉਹਨਾਂ ਦੇ, ਔਰ ਉਹਨਾਂ ਦੇ ਵਿੱਚ ਜਿਹੜੀਆਂ ਫੋਰਨਸ ਕੰਪਨੀਜ਼ ਹੈਗੀਆਂ ਉਹਨਾਂ ਨੂੰ ਇਨਵਾਈਟ ਕਰਨ ਵਾਸਤੇ, ਉਹਨਾਂ ਦੇ ਇਨਵੈਸਟਮੈਂਟ ਕਰਨ ਵਾਸਤੇ। ਕੈਪਟਨ ਸਾਹਿਬ ਵੇਲੇ ਪਹਿਲੇ ਵੀ ਇਸ ਤਰ੍ਹਾਂ ਹੁੰਦੀ ਰਹੀ ਹੈ। ਮੈਨੂੰ ਯਾਦ ਹੈ ਕਿ ਟੋਰਾਂਟੋ ਇੱਕ ਫੇਅਰ ਹੋਇਆ ਸੀ 2006 ਦੇ ਵਿੱਚ, ਉਹ ਵੀ ਗਏ ਸਨ, ਮੈਂ ਵੀ ਗਿਆ ਸੀ। ਮੈਂ ਇਹਦਾ ਐਕਰੋਆ ਚੇਅਰਮੈਨ ਸੀਗਾ। ਅਤੇ ਫਰਾਂਸ ਦੇ ਵਿੱਚ ਵੀ ਅਸੀਂ ਗਏ, ਮੈਂ ਟ੍ਰੇਡ 'ਤੇ ਗਿਆ ਸੀਗਾ ਜੀ। ਉਹਦੇ 'ਚ ਕੋਸ਼ਿਸ਼ ਹੁੰਦੀ ਹੈ ਕਿ ਸਾਨੂੰ ਪਤਾ ਲੱਗੇ ਕਿ ਜਿਹੜੇ ਇਹ ਲੋਕ ਕਿਸ ਚੀਜ਼ 'ਚ ਐਡਵਾਂਸ ਨੇ, ਅਸੀਂ ਕਿਸ ਚੀਜ਼ 'ਚ ਪਿੱਛੇ ਹਾਂ। ਅਤੇ ਇੱਕ ਉਹਨੂੰ ਦੇਖ ਕੇ ਸਾਰਾ ਆਪਣੀ ਇੱਕ ਪੰਜਾਬ ਦੀ ਫਰਟਾਈਲ ਧਰਤੀ ਹੈਗੀ ਆ, ਵਾਤਾਵਰਨ ਅੱਛਾ ਹੈਗਾ, ਉਹਦੇ ਮੁਤਾਬਕ ਕਿਹੜੀ ਇੰਡਸਟਰੀ ਜਾਂ ਜਿਹੜੇ ਫੋਰਨ ਕੰਸਰਨਸ ਹੈਗੀਆਂ ਵੱਡੀਆਂ ਟਾਟਾ ਦੀ ਗੱਲ ਕੀਤੀ, BMW ਹੈਗੀ, ਅਦਰਸ ਜਿਹੜੀਆਂ ਹੈਗੀਆਂ, ਉਹਨਾਂ ਨੂੰ ਇੱਥੇ ਇਨਵਾਈਟ ਕਰਕੇ, ਖਾਸ ਕਰਕੇ ਬਹੁਤ ਸਾਰੇ ਇਨਵੈਸਟਮੈਂਟ ਜਿਹੜੀ ਆ ਸਾਡੇ ਪੰਜਾਬੀਆਂ ਦੀ ਇਹਨਾਂ ਕੰਟਰੀਆਂ ਦੇ ਵਿੱਚ ਹੈਗੀ ਆ ਜੀ।
ਤੇ ਜੇ ਉਹ NRI ਆ ਜਾਣ ਤੇ ਪੰਜਾਬ ਨੂੰ, ਜਿਸ ਤਰ੍ਹਾਂ ਪੰਜਾਬ ਦੇ ਪਿੰਡਾਂ ਦੀ ਨੁਹਾਰ ਨੂੰ ਜਾਂ ਐਗਰੀਕਲਚਰ ਦੇ ਵਿੱਚ ਉਹਨਾਂ ਬੜਾ ਐਡਵਾਂਸ ਕੀਤਾ ਹੈ ਫਾਰਨਰਸ ਨੇ। ਹੁਣ ਇਸ ਵੇਲੇ ਸਮਾਂ ਜਿਹੜਾ ਪਿੱਛੇ ਸਮਾਂ ਨਿਕਲ ਕੇ ਗਿਆ 10 ਸਾਲ ਤੇ 5 ਸਾਲ 15 ਸਾਲ ਦਾ ਸਮਾਂ, ਜਿਸ ਨੂੰ ਦੌੜ ਲੱਗੀ ਹੈ ਬਾਹਰ ਜਾਣ ਦੀ, ਸਰਪੰਚ ਸਿੰਘ ਮਾਨ ਧਰਤੀ ਤੋਂ ਉੱਠ ਆਏ ਨੇ। ਉਹਨਾਂ ਦਾ ਬੇਸ ਉਹ ਹੈ, ਉਹਨਾਂ ਦੀਆਂ ਗੱਲਾਂ ਬਾਤਾਂ ਜਾਂ ਉਹਨਾਂ ਦੇ ਗੱਲ ਕਰਨ ਦਾ ਤਰੀਕਾ ਮਹਿਸੂਸ ਹੁੰਦਾ ਹੈ ਕਿ ਉਹ ਬਹੁਤ ਆਪਣੇ ਆਪ ਨੂੰ ਇਹ ਨਹੀਂ ਸਮਝਦੇ ਕਿ ਅਸੀਂ ਬਹੁਤ ਵੱਡੇ ਮੁੱਖ ਮੰਤਰੀ ਸਮਝ ਕੇ, ਤੇ ਪੰਜਾਬ ਦੇ ਮਸਲੇ ਜਿਹੜੇ ਹੈ, ਅਗਰ ਜੇ ਪੰਜਾਬ ਨੂੰ ਸੋਲਿਡ ਕਰਨਾ ਹੈ, ਮੈਂ ਇਸ ਗੱਲ ਨਾਲ ਸਹਿਮਤ, ਜੇ ਤੁਸੀਂ ਕੋਈ ਫੈਸਲਾ ਜਿਸ ਦੇ ਨਾਲ ਸਟੇਟ ਸੁਧਰ ਸਕਦੀ ਹੋਵੇ, ਸਟੇਟ ਨੂੰ ਇਕੋਨੋਮਿਕਲੀ ਫੈਸਲਾ ਹੋ ਸਕਦਾ ਹੈ, ਐਗਰੀਕਲਚਰ ਹੈ, ਇੰਡਸਟਰੀ ਹੈ, ਅਦਰਸ ਪਾਰਟ ਵਪਾਰਸ ਹੈਗਾ, ਜਿੱਦਾਂ ਲੁਧਿਆਣੇ ਹੈਗਾ, ਮੰਡੀ ਗੋਬਿੰਦਗੜ੍ਹ ਹੈਗਾ, ਇਟਸ ਬੈਡ ਲੱਕ ਕਿ ਬਟਾਲਾ ਇੰਡਸਟਰੀ ਬੰਦ ਹੋ ਗਈ ਹੈ। ਇਹਨਾਂ ਨੂੰ ਇਸਟੈਬਲਿਸ਼ ਕਰਨਾ ਦੁਆਰਾ ਜਿਹੜਾ ਮੈਂ ਤੇ ਮੇਰੀ ਥਿੰਕਿੰਗ ਇਹ ਹੈ ਕਿ ਬਹੁਤ ਸਾਰੇ ਜਿਹੜੇ ਫੋਰਨ ਕੰਟਰੀ ਦੇ ਵਿੱਚ ਕਿ ਸਰਕਾਰ ਗਵਾ ਕੇ ਵੀ ਜੇ ਪੰਜਾਬ ਸੋਲਿਡ ਹੋ ਸਕਦਾ ਹੋਵੇ ਤਾਂ ਉਹ ਸਾਨੂੰ ਕਰਨਾ ਚਾਹੀਦਾ। ਇਹ 'ਚ ਕੋਈ ਫੈਸਲਾ ਨਹੀਂ ਹੈ, ਕਿਉਂਕਿ ਕਈ ਵਾਰੀ ਬਹੁਤ ਵੱਡੇ ਫੈਸਲੇ ਜਿਹੜੇ ਬੇਸ਼ੱਕ ਕੁਝ ਸਮੇਂ ਲਈ ਲੋਕਾਂ ਦੇ ਅਗੇਂਸਟ ਲੱਗਦੇ ਹੋਣ ਅਤੇ ਸਰਕਾਰ ਨੂੰ ਖਤਰਾ ਹੋਵੇ, ਅਤੇ ਮੈਂ ਸਮਝਦਾ ਭਗਵੰਤ ਸਿੰਘ ਮਾਨ ਦੀ ਇੰਟੈਲੀਜੈਂਟ ਨੇ, ਉਹਨਾਂ ਦੇ ਜਿਹੜੇ ਸਾਡੇ ਮਿਸਟਰ ਕੇਜਰੀਵਾਲ ਨੇ CM ਦਿੱਲੀ, ਉਹਨਾਂ ਦਾ ਐਕਸਪੀਰੀਅੰਸ ਹੈ। ਜੇ ਇਸ ਤਰ੍ਹਾਂ ਦੀ ਵੀ ਮੈਂ ਤਾਂ ਇਸ ਗੱਲ 'ਤੇ ਵੀ ਹੈ, ਜੇ ਪੰਜਾਬ ਨੂੰ ਬਚਾਉਣ ਵਾਸਤੇ ਸਾਨੂੰ ਕੁਛ ਸੈਕਰੀਫਾਈ ਕਰਨੀ ਪਵੇ ਤੇ ਕਰ ਲੈਣੀ ਚਾਹੀਦੀ ਹੈ। ਪਰ ਜਿੱਦਾਂ ਦੀਆਂ ਸਥਿਤੀਆਂ ਨੇ ਮਾਨ ਸਾਹਿਬ, ਉਹਦੇ ਵਿੱਚ ਕੋਈ ਵੀ ਪਾਰਟੀ, ਭਾਵੇਂ ਕੇਜਰੀਵਾਲ ਹੋਣ, ਭਾਵੇਂ ਭਗਵੰਤ ਮਾਨ ਹੋਰੀ ਹੋਣ, ਭਾਵੇਂ ਦੂਜੀਆਂ ਪਾਰਟੀਆਂ ਹੋਣ, ਸੱਤਾ ਗਵਾਉਣ ਦੇ ਫੇਵਰ 'ਚ ਤਾਂ ਕੋਈ ਵੀ ਨਹੀਂ ਹੁੰਦਾ। ਸੱਤਾ ਦੀ ਤਾਂ ਲਾਲਸਾ ਸਾਰੀਆਂ ਪਾਰਟੀਆਂ ਦੇ ਅੰਦਰ ਰਹਿੰਦੀ ਹੈ। ਸੱਤਾ ਤੋਂ ਬਾਹਰ ਰਹਿ ਕੇ ਕਿਉਂਕਿ ਤੁਸੀਂ ਕੁਝ ਕਰ ਨਹੀਂ ਸਕਦੇ, ਸਿਰਫ ਆਲੋਚਨਾਵਾਂ ਦਾ ਹੀ ਦੌਰ ਚੱਲਦਾ ਸੱਤਾ ਤੋਂ ਬਾਹਰ। ਪਰ ਲੱਗਦਾ ਨਹੀਂ ਹੈ ਕਿ ਇਹ ਇਨਵੈਸਟਮੈਂਟ ਬਾਹਰ ਦੇ ਲੋਕਾਂ ਦੇ ਕੋਲੋਂ ਕਰਵਾਉਣ ਦੀ ਜਿਹੜੀ ਜੱਦੋਜਹਿਦ ਸ਼ੁਰੂ ਹੋਈ ਆ, ਉਹ ਉਦੋਂ ਸ਼ੁਰੂ ਹੋਈ ਹੈ ਜਿਹੜੇ ਬਾਰੇ ਪਹਿਲਾਂ ਕਿਹਾ ਜਾਂਦਾ ਸੀ ਸਾਨੂੰ ਪਤਾ ਸੀ ਪੰਜਾਬ 'ਚ ਕਿੱਥੇ ਪੈਸੇ ਆਉਣੇ ਆ, ਅਸੀਂ ਮਾਈਨਿੰਗ ਦੇ ਵਿੱਚੋਂ 20,000 ਕਰੋੜ ਲੈ ਆਵਾਂਗੇ, ਅਸੀਂ ਲਿੱਕਰ ਦੇ ਵਿੱਚੋਂ ਇੰਨੇ 1000 ਕਰੋੜ ਰੁਪਈਆ ਲੈ ਆਵਾਂਗੇ, ਅਸੀਂ ਕਰਪਸ਼ਨ 'ਚੋਂ ਇੰਨੇ ਪੈਸੇ ਬਚਾ ਲਾਂਗੇ। ਉਹ ਮਾਈਨਿੰਗ ਦੀ ਪਾਲਿਸੀ, ਉਹ ਲਿੱਕਰ ਦੀ ਪਾਲਿਸੀ, ਉਹ ਸਾਰੀਆਂ ਚੀਜ਼ਾਂ ਕਰਕੇ ਦੇਖ ਲਈਆਂ, ਹਕੀਕਤ ਪਤਾ ਲੱਗ ਗਈ। ਆ ਪਿੱਛੇ ਜਿਹੇ ਤਨਖਾਹਾਂ ਵੀ ਰੁਕ ਗਈਆਂ ਕਰਮਚਾਰੀਆਂ ਦੀਆਂ, ਅਤੇ ਹੁਣ ਲੱਗਦਾ ਕਿ ਨਹੀਂ, ਇੱਥੋਂ ਓਨੀ ਪ੍ਰੋਡਕਟੀਵਿਟੀ ਨਹੀਂ ਹੋ ਸਕਦੀ, ਓਨਾ ਲਾਭ ਨਹੀਂ ਹੋ ਸਕਦਾ, ਇਹਦੇ ਲਈ ਕੁਝ ਹੋਰ ਤਰੱਦਦ ਕਰਨੇ ਪੈਣੇ ਆ, ਤਾਂ ਵਿਦੇਸ਼ਾਂ ਨੂੰ ਜਾਇਆ ਜਾ ਰਿਹਾ। ਸਭ ਤੋਂ ਵੱਡੀ ਗੱਲ ਹੈ ਪੰਜਾਬ ਸਟੇਬਿਲਟੀ ਜਿਹੜੀ ਹੋਵੇ, ਸਸਤਾ ਹੋਵੇ, ਕਿਸੇ ਚੀਜ਼ ਨੂੰ ਉਸ ਦਾ ਵਾਤਾਵਰਨ ਬਣਾਇਆ ਜਾਵੇ। ਜਿਹੜੀਆਂ ਗੱਲਾਂ ਤੁਸੀਂ ਨਾਂ ਲਏ ਨੇ, ਬਸ ਮੈਨੇਜਮੈਂਟ ਦੀ ਘਾਟ ਹੈ। ਪਿੱਛੇ ਜਿਹੜੇ ਰਿਸ਼ਵਤਖੋਰੀ ਜਾਂ ਮੈਂ ਕੁਛ ਮਿਨਿਸਟਰਾਂ ਦੇ ਨਾਂ ਜਿਹੜੇ ਜੇਲ੍ਹ ਗਏ ਨੇ, ਜੋ ਹੋਰ ਅਜੇ ਜਾਣ ਦੀ ਐਕਸਪੈਕਸ਼ਨਸ ਹੈਗੀਆਂ। ਜੇ ਲੀਕੇਜ ਬੰਦ ਹੋ ਜਾਵੇ ਰਿਐਲਿਟੀ, ਮੈਂ ਤੁਹਾਨੂੰ ਦੱਸਦਾ, ਜਿਹੜਾ ਇੱਥੋਂ ਕਿਰਾਇਆ ਮੇਰੇ ਇੱਥੋਂ ਵਾਧਾ 15-16 ਕਿਲੋਮੀਟਰ ਹੈ, ਇੱਥੋਂ ਜਗਤਪੁਰ ਪਿੰਡ ਇੱਥੇ ਹੈਗਾ, ਇੱਥੋਂ ਕੋਈ 10-12 ਕਿਲੋਮੀਟਰ ਹੋ ਰਿਹਾ। ਜੇ ਤੁਸੀਂ 7 ਰੁਪਏ ਕਿਰਾਇਆ ਗੁਣ ਦਾ ਹੋਵੇ, ਤੁਸੀਂ 52 ਰੁਪਏ ਚਾਰਜ ਕਰ ਲਓ, ਅਤੇ ਇਨਸਾਫ ਹੈਗਾ। ਇਸ ਤਰ੍ਹਾਂ ਦੀਆਂ ਜਿਹੜੀਆਂ ਐਕਚੁਅਲੀ ਕਦੀ ਵੀ ਆਪਣੇ ਸਟੇਟ ਨੂੰ ਚਲਾਉਣ ਲਈ ਅਸੀਂ ਇਹ ਨਹੀਂ ਸੋਚਿਆ, ਅਸੀਂ ਇਹ ਸੋਚਦੇ ਹਾਂ ਵੀ ਅਸੀਂ ਆਪਣੇ ਘਰਦਿਆਂ ਦਾ ਢਿੱਡ ਕਿੱਦਾਂ ਭਰ ਸਕਦੇ ਹਾਂ, ਆਪਣੇ ਰਿਸ਼ਤੇਦਾਰਾਂ ਦਾ ਢਿੱਡ ਕਿੱਦਾਂ ਭਰ ਸਕਦੇ ਹਾਂ। ਜੇ ਕਾਸ਼ੂ ਆ, ਉਹਦੇ ਨਾਲ ਉਹਦਾ ਸਟਾਫ ਦੇ ਮੈਂਬਰਸ ਹੈਗੇ ਨੇ, ਜੇ ਆਈ ਥਿੰਕ ਸਾਧੂ ਸਿੰਘ, ਉਹਦੇ ਨਾਲ ਉਹਦੇ ਰਿਸ਼ਤੇਦਾਰ ਹੈਗੇ ਨੇ। ਮੈਂ ਸਮਝਦਾ ਵੀ ਪੋਲੀਟੀਸ਼ੀਅਨ ਲੁੱਟ ਵਾਸਤੇ ਨਹੀਂ ਹੁੰਦੇ, ਪੋਲੀਟੀਸ਼ੀਅਨ ਲੁੱਟ ਵਾਸਤੇ ਮੈਨੂੰ 50 ਸਾਲ ਦੇ ਇਤਿਹਾਸ ਦੇ ਵਿੱਚ ਜਿਸ ਘਰ ਤੁਸੀਂ ਬੈਠੇ ਹੋ, ਮੇਰਾ ਨਾਂ ਤੁਸੀਂ ਕਿਤੇ ਖੋਲ੍ਹ ਕੇ ਦੇਖ ਲਓ, ਮੇਰੇ ਨਾਲ ਕਿਹੜੀ ਪ੍ਰੋਪਰਟੀ ਕੀ ਖਰੀਦਿਆ, ਇਹ ਨੋ ਡਾਊਟ ਇਹ ਡਾਲ ਕੇ ਮੈਂ ਆਪਣੇ ਬੱਚਿਆਂ ਦੀ ਕੁਆਲੀਫਿਕੇਸ਼ਨਸ। ਪਰ ਮਾਨ ਸਾਹਿਬ, ਜਿਨ੍ਹਾਂ ਲੋਕਾਂ 'ਤੇ ਤੁਸੀਂ ਸਵਾਲ ਚੁੱਕ ਰਹੇ ਹੋ, ਜਦੋਂ ਉਹ ਸਾਰਾ ਕੁਝ ਕਰ ਰਹੇ ਸੀ ਜਾਂ ਉਹਨਾਂ ਦੇ ਨਾਮ 'ਤੇ ਇਹ ਸਾਰਾ ਕੁਝ ਵੱਜਦਾ ਪਿਆ, ਉਦੋਂ ਤੁਸੀਂ ਉਹਨਾਂ ਦੇ ਨਾਲ ਸੀਗੇ, ਉਸ ਗੌਰਮੈਂਟ ਦੇ ਵਿੱਚ ਸੀਗੇ, ਅਤੇ ਹੁਣ ਜਿਹੜੀ ਗੌਰਮੈਂਟ ਦੇ ਵਿੱਚ ਆ, ਉਹਦੇ ਸਵਾਲ ਇਹ ਨੇ ਕਿ ਇਸ ਸਮੇਂ ਆਰਥਿਕ ਤੌਰ 'ਤੇ ਜਿਹੜੀ ਮੰਦਹਾਲੀ ਆ ਪੰਜਾਬ ਦੀ, ਉਹਦੇ ਵਿੱਚੋਂ ਕੱਢਣਾ ਕਿਵੇਂ ਬਾਹਰ? ਦੇਖੋ, ਐਡਮਿਨਿਸਟ੍ਰੇਸ਼ਨ ਜਿਹੜਾ ਚੀਫ ਮਿਨਿਸਟਰ ਹੈ, ਜਦੋਂ ਦੇ ਸਾਥੀ ਹੈਗੇ ਸਟੇਬਲ ਸਟੇਟ ਨੂੰ ਕਰਨਾ ਉਹਨਾਂ ਨੇ ਲੱਗਿਆ, ਉਹਨਾਂ ਦੇ ਕੰਮ। ਜੇ ਤੁਸੀਂ ਸਾਰੀਆਂ ਗੱਲਾਂ ਜਿਹੜੀਆਂ ਆਪ ਵੀ ਕਹੀਆਂ, ਜੀ ਇਹਨਾਂ ਦੀ ਲੀਕ ਨੂੰ ਅਸੀਂ ਬੰਦ ਕਰ ਲਈਏ, ਯੂ ਰੀਅਲਾਈਜ਼ ਯਾਰ ਇਟ ਇਜ਼ ਯੂਅਰ ਹੋਮ, ਇਹ ਤੁਹਾਡਾ ਘਰ ਹੈ। ਇੱਕ ਜਿਹੜਾ ਹੈਡ ਆਫ ਦੀ ਹਾਊਸ ਹੈਗਾ, ਫਾਦਰਸ ਹੈ ਜਾਂ ਮਦਰਸ ਹੈਗੇ ਹੈ, ਜੇ ਉਹਨਾਂ ਨੂੰ ਜਿਸ ਘਰ ਦੀ ਤਰਤੀਬ ਦੇ ਨਾਲ ਬੱਚਿਆਂ ਨੂੰ ਪਾਲਣ ਕਰ ਸਕਦੇ ਕਿ ਸਟੇਟ ਨੂੰ ਅਸੀਂ ਆਪਣਾ ਘਰ ਨਹੀਂ ਸਮਝ ਸਕਦੇ ਕਿ ਇਹ ਸਾਡਾ ਹੋਮ ਨਹੀਂ ਹੈ, ਜਿੱਥੇ ਅਸੀਂ ਆਉਣਾ ਸਟੇਟ ਦੇ ਵਿੱਚ ਰਹਿ ਕੇ, ਇਸ ਆਫਟਰ 5 ਈਅਰ ਤੁਸੀਂ ਇਹ ਕੁਝ ਸੋਚਦੇ ਹੋ ਕਿ ਸਾਡੀ ਰਿਪਲੇਸਮੈਂਟ ਹੋ ਜਾਏਗੀ, ਤੁਸੀਂ ਇਹ ਕਿਉਂ ਨਹੀਂ ਸੋਚਦੇ ਵੀ ਅਸੀਂ ਸਟੇਬਲ ਹੋਈਏ। ਜੇ ਮੈਂ ਰੀਅਲਾਈਜ਼ ਕਰ ਲਵਾਂ, ਮੇਰੀ ਗੱਲ ਰੀਅਲਾਈਜ਼ ਕਰ ਲਵਾਂ, ਜੇ ਮੈਂ
ਤੁਸੀਂ ਹੁਣ ਮੇਰੀ ਗੱਲ ਕਰਤੀ, ਮੇਰੇ ਤੇ ਲਾਈਏ ਕਿ ਮੈਂ ਉਹਨਾਂ ਦਾ ਪਾਰਟਨਰ ਰਿਹਾ, ਪਰ ਮੇਰੇ ਤੇ ਕੋਈ ਐਲੀਗੇਸ਼ਨ ਨਹੀਂ ਐਸਾ। ਨਾ ਕਿਹੜੇ ਚੀਫ ਮਿਨਿਸਟਰ CM ਹੈਗਾ, ਡੋਂਟ ਨੇਮ ਐਨੀ CM ਜਿਨ੍ਹਾਂ ਨੇ ਮੇਰੀ ਮੁਖਾਲਫਤ ਨਹੀਂ ਕੀਤੀ, ਜਾਂ ਮੈਂ ਉਹਨਾਂ ਦੀ ਮੁਖਾਲਫਤ ਨਹੀਂ ਕਿਸੇ ਨਾ ਕਿਸੇ ਇਸ਼ੂ ਦੇ ਉੱਤੇ। ਕਿਆ ਉਹ ਜੇ ਸਰ ਬੂਟਾ ਸਿੰਘ ਕਰਕੇ ਮੈਨੂੰ ਪੰਚ ਕਰਦੇ ਸੀ, ਮੈਨੂੰ ਸਰ ਬੂਟਾ ਸਿੰਘ ਨੇ ਆਪ ਕਿਹਾ ਸੀ ਬੇਟਾ ਜਿਹੜੀ ਤੈਨੂੰ ਸਜ਼ਾ ਦਿੱਤੀ ਜਾ ਰਹੀ ਹੈ ਮਿਨਿਸਟਰੀ ਚੋਂ ਕੱਢਣਾ, ਕਦੀ ਇੱਧਰ ਕਰ ਦੇਣਾ, ਉਹ ਮੇਰੇ ਕਰਕੇ ਆ। ਇਹ ਤਾਂ ਮੈਂ ਤਾਂ ਆਪਣੇ ਆਪ ਦਾ ਸੰਤੁਲਨ ਬਣਾ ਕੇ ਰੱਖਿਆ। ਜਿਹੜੇ ਚੀਫ ਮਿਨਿਸਟਰ ਮੇਰੀ ਮੁਖਾਲਫਤ ਕਰਦੇ ਸੀ ਉਹ CM ਮੈਨੂੰ ਬਖਸ਼ਦੇ ਨਹੀਂ ਸੀ। ਜੇ ਹੁਣ ਇਹ ਜਿਹਨਾਂ ਦੇ ਮੈਂ ਨਾਂ ਲਿਆ, ਹੋਰ ਵੀ ਨਾਂ ਹੈਗੇ ਆ ਜੇ ਮੈਂ ਨਹੀਂ ਵੀ ਲੈਣਾ ਚਾਹੁੰਦਾ, ਤੁਹਾਨੂੰ ਸਾਰਿਆਂ ਨੂੰ ਪਤਾ, ਪੰਜਾਬ ਦੀ ਜਨਤਾ ਨੂੰ ਪਤਾ। ਇੱਕ ਗੱਲ ਜਿਹੜੀ ਮੈਨੂੰ ਸਭ ਤੋਂ ਵੱਡੀ ਮਾੜੀ ਲੱਗੀ ਸੀ, ਜਦੋਂ ਪੇਪਰ 'ਚ ਇਹ ਆਇਆ ਕਿ ਰਿਗਾਰਡਿੰਗ ਆਸ਼ੂ ਜਿਹੜੇ ਹੈਗੇ ਨੇ, ਅਲੱਗ ਮੇਰੇ ਬੱਚਿਆਂ ਵਰਗਾ, ਕਿ ਇੱਕ ਬੱਚੇ ਦੇ ਮੂੰਹ ਦੇ ਉੱਤੇ ਆ ਪੰਜਾਬ ਦਾ ਕੋਈ ਐਸਾ ਸ਼ਖਸ ਨਹੀਂ, ਪੜ੍ਹਿਆ ਅਨਪੜ੍ਹਿਆ, ਸਮਝ ਬੇਸਮਝ, ਜਿਹਨੂੰ ਆਸ਼ੂ ਬਾਰੇ ਨਹੀਂ ਪਤਾ। ਇਟਸ ਸਟੋਰੀ। ਉਸ ਵੇਲੇ ਚੀਫ ਮਿਨਿਸਟਰ ਨੂੰ ਕਿਆ ਉਹ ਇਹ ਕਹਿ ਸਕਦਾ ਕਿ ਮੇਰੇ ਕੋਲ ਸਾਰੀਆਂ ਦੀਆਂ ਫਾਈਲਾਂ ਹੈਗੀਆਂ, ਕਿਆ ਹੁਣ ਦੁੱਧ ਉੱਤਾ ਹੋ ਗਿਆ ਦੂਸਰੀ ਪਾਰਟੀ ਚੇਂਜ ਕਰਕੇ? ਯੂਜ਼ ਯਾਰ, ਤੁਸੀਂ ਆਪਣਾ ਮਨ ਹੀ ਨਹੀਂ, ਨੈਤਿਕਤਾ ਦੀ ਗੱਲ ਹੀ ਨਹੀਂ। ਤੁਸੀਂ ਸਿੱਖੀ ਦਾ ਬੜਾ ਢੋਲਾ ਪੜਦੇ ਹੋ। ਆਈ ਬੀਇੰਗ ਸਿੱਖ, ਮੈਂ ਆਪਣੇ ਚਿਹਰੇ ਉੱਤੇ ਸਿੱਖ ਲੱਗਦਾ, ਪਰ ਮੇਰੇ ਅੰਦਰ ਕੀ ਹੈ ਨੋਬਡੀ, ਕੋਈ ਨਹੀਂ ਮੈਨੂੰ ਦੇਖ ਨਹੀਂ ਸਕਦਾ। ਆਈ ਥਿੰਕ ਜੇ ਤੁਸੀਂ ਆਪਣੇ ਮੋਰਲ ਨੂੰ, ਆਪਣੇ ਕਰਤੱਵ ਨੂੰ ਸਹੀ ਕਰ ਲਓ, ਜੇ ਤੁਸੀਂ ਆਪਣੇ ਘਰ ਨੂੰ ਚਲਾਉਂਦੇ ਹੋ, ਜੇ ਤੁਸੀਂ ਦੂਸਰੇ ਦਾ ਪੈਸਾ ਲੈ ਕੇ ਠੱਗੀ ਠੁੱਗੀ ਮਾਰ ਕੇ, ਜੇ ਤੁਹਾਡੀ ਔਲਾਦ ਜਿਹੜੇ ਆ, ਤੁਹਾਡੇ ਬੱਚੇ ਨਨਾਇਰ ਨਿਕਲਦੇ ਆ, ਜਾਂ ਉਹਨਾਂ 'ਚ ਕੋਈ ਨਾ ਕੋਈ ਬੋਡੀ ਸਿਸਟਮ 'ਚ ਐਸੀ ਖਰਾਬੀ ਹੋ ਜਾਂਦੀ ਬੱਚਿਆਂ ਦੇ, ਤੁਹਾਡੇ ਬੱਚੇ ਨੇ ਲੈ ਕੇ ਨੇ, ਤੁਹਾਡੀ ਅਗਲੀ ਲਾਈਫ ਖਤਮ ਹੋ ਜਾਂਦੀ। ਮੈਂ ਹਮੇਸ਼ਾ ਜੇ ਮੈਂ ਇਸ ਰੂਪ ਦੇ ਵਿੱਚ ਹੈਗਾ, ਜਿਸ ਰੂਪ 'ਚ ਤੁਸੀਂ ਮੈਨੂੰ ਦੇਖ ਰਹੇ ਹੋ, ਮੇਰਾ ਇਹ ਫਰਜ਼ ਬਣਦਾ ਕਿ ਮੈਂ ਇਸ ਨੂੰ ਬਾਹਰ ਵੀ ਆਪਣੇ ਪ੍ਰੈਕਟਿਕਲ ਰੂਪ ਦੇ ਵਿੱਚ ਲੈ ਕੇ ਆਵਾਂ। ਜਿੰਨੀਆਂ ਸਰਕਾਰਾਂ 10 ਸਾਲ ਦੀ ਗੱਲ ਕਰ ਲਵਾਂ, ਬਾਦਲ ਸਾਹਿਬ ਦੀ, ਕੈਪਟਨ ਸਾਹਿਬ ਰਹੇ ਨੇ, ਜਾਂ ਹੋਰ ਦੂਜੇ ਮੁੱਖ ਮੰਤਰੀ, ਡਿਫਰੈਂਟ ਚੇਂਜ ਹੁੰਦੇ ਰਹੇ। ਮੈਂ 50 ਸਾਲ 'ਚ ਬੜਾ ਕੁਝ ਦੇਖਿਆ। ਅੱਜ ਤੱਕ ਕਿਸੇ ਨੇ ਪੰਜਾਬ ਦੀ ਸਟੇਟ ਦਾ ਧਿਆਨ ਨਹੀਂ ਕੀਤਾ, ਕਦੀ ਇਸ ਨੂੰ ਆਪਣਾ ਘਰ ਨਹੀਂ ਸਮਝਿਆ। ਫਿਰ ਇੰਨੀ ਦੇਰ ਤੁਸੀਂ ਸੱਤਾ ਵਾਲੇ ਲੋਕਾਂ ਦੇ ਨਾਲ ਬਣੇ ਕਿਉਂ ਰਹੇ? ਕਿਉਂਕਿ ਜੇ ਤੁਹਾਨੂੰ ਲੱਗਦਾ ਕਿ ਇੰਨਾ ਦਰਦ ਸੀ ਮਨ ਦੇ ਅੰਦਰ ਪੰਜਾਬ ਨੂੰ ਲੈ ਕੇ, ਫਿਰ ਕਾਂਗਰਸ ਦੀ ਸਰਕਾਰ ਦੇ ਵਿੱਚ ਮੰਤਰੀ ਵੀ ਰਹੇ ਆ ਤੁਸੀਂ, ਨਹੀਂ ਵੀ ਸੱਤਾ 'ਚ ਰਹੀ ਤਾਂ ਵੀ ਉਹਦੇ ਨਾਲ ਰਹੇ ਆ, ਫਿਰ ਉਦੋਂ ਕਿਉਂ ਨਹੀਂ ਇਹ ਦਰਦ ਜਾਗਿਆ, ਹੁਣ ਜਾ ਕੇ ਕਿਉਂ ਜਾਗਿਆ? ਸਿੰਘ ਸਿਸਟਮ ਦੇ ਵਿੱਚ ਆਉਣਾ, ਸਿਸਟਮ ਪੋਲੀਟੀਕਲ ਪਾਰਟੀਆਂ, ਅਕਾਲੀ ਦਲ ਹੈ ਅਤੇ ਇੱਥੇ ਕਾਂਗਰਸ ਹੈ ਅਤੇ ਭਾਜਪਾ, ਤਿੰਨੇ ਸੀਨ ਦੇ ਵਿੱਚ ਨੇ, ਤਿੰਨੇ ਸੀਨ ਵਿੱਚ। ਜੇ ਮੈਂ ਕੁਛ ਕਰਨਾ ਚਾਹੁੰਦਾ ਕਿਸੇ ਦੇ ਲੋਕਲ ਹੀ ਕਰਨਾ, ਹੁਣ ਤੁਸੀਂ ਮੇਰਾ ਦਫ਼ਤਰ ਭਰਿਆ, ਮੈਂ ਆਪਾਂ ਇੱਥੇ ਇਕੱਠੇ ਬੈਠੇ ਹਾਂ, ਆਈ ਡੂ ਸਮਥਿੰਗ ਮਾਈ ਕਮਿਊਨਿਟੀ, ਮਾਈ ਸਟੇਟ ਔਰ ਮੇਰੇ ਕੰਟਰੀ। ਜੇ ਮੈਂ ਆਪਣੇ ਆਪ ਨੂੰ ਇਹਨਾਂ ਰੱਖਣਾ ਚਾਹੀਦਾ। ਕਮਲ ਦਾ ਫੁੱਲ ਜਿਹੜਾ ਉਹ ਉੱਗਦਾ ਜਿੱਕੜ ਦੇ ਵਿੱਚ, ਲੇਕਿਨ ਉਹਨੂੰ ਐਸੀ ਕੋਈ ਵਾਸਨਾ ਨਹੀਂ ਹੈ, ਉਹ ਸਗੋਂ ਦੂਸਰਿਆਂ ਨੂੰ ਆਪਣੀ ਵਾਸਨਾ ਦੇ ਕੇ ਉਹਨਾਂ ਲਈ ਖੁਸ਼ੀ ਕ੍ਰੀਏਟ ਕਰਦਾ। ਜੇ ਮੈਂ ਉਹਨਾਂ 'ਚ ਰਹਿ ਕੇ ਵੀ ਨੀਟ ਐਂਡ ਕਲੀਨ ਰਿਹਾ, ਇਟਸ ਗੋਡ ਗਿਫਟ ਫਾਰ ਮੀ, ਇਟਸ ਗੋਡ ਗਿਫਟ ਫਾਰ ਦੀ ਪਬਲਿਕ ਦੀ ਪੰਜਾਬ। ਅੱਛਾ, ਹੁਣ ਤੁਸੀਂ ਬਦਲਾਅ ਦੀ ਪਾਰਟੀ ਦੇ ਵਿੱਚ ਜਿਹੜੇ ਆਏ ਹੋ, ਹੁਣ ਇਸ ਬਦਲਾਅ ਦੀ ਪਾਰਟੀ ਦੇ ਉੱਤੇ ਵੀ ਕਈ ਸਵਾਲ ਉੱਠਦੇ ਨੇ ਕਿ ਤੁਸੀਂ ਆਪਣੇ ਵਿਜੇ ਸਿੰਗਲਾ ਹੈਲਥ ਮਿਨਿਸਟਰ, ਉਹਨੂੰ ਚੱਕਿਆ, ਪਹਿਲਾਂ ਕਹਿੰਦੇ ਕਰਪਸ਼ਨ ਆ, ਮੁੜ ਕੇ ਜੇਲ੍ਹ ਵੀ ਭੇਜ ਦਿੱਤਾ, ਜ਼ਮਾਨਤ ਮਿਲ ਗਈ, ਮੁੜ ਕੇ ਫਿਰ ਮੀਟਿੰਗਾਂ 'ਚ ਵੀ ਬਹਿਣ ਲੱਗ ਪਿਆ, ਤੁਸੀਂ ਐਕਸੈਪਟ ਵੀ ਕਰ ਲੈਂਦੇ ਆ। ਬਾਵਜੂਦ ਇਹਦੇ ਕਿ ਉਹਦੇ ਬਾਰੇ ਭਗਵੰਤ ਮਾਨ ਹੋਰੀ ਕਹਿੰਦੇ ਮੇਰੇ ਕੋਲ ਸਬੂਤ ਹੈ, ਮੇਰੇ ਕੋਲ ਕਬੂਲ ਇਹਨੇ ਕਰ ਲਿਆ। ਹੋਰ ਬਹੁਤ ਸਾਰੇ ਤੁਹਾਡੇ ਜਿਹੜੇ MLA ਨੇ ਉਹਨਾਂ ਦੇ ਉੱਤੇ ਕਿੰਤੂ ਪਰੰਤੂ ਉੱਠਦੇ ਆ। ਤੁਹਾਡੇ ਜਿਹੜੇ ਗਿਆਸਪੁਰਾ ਹੋ ਰਹੀਆਂ, ਉਹਨਾਂ ਦੇ ਉੱਤੇ ਇੱਕ ਆਇਲਸ ਸੈਂਟਰ ਚਲਾਉਣ ਵਾਲੀ ਬੀਬੀ ਕਹਿੰਦੀ ਹੈ ਕਿ ਭਾਈ ਮੇਰੇ ਤੋਂ ਲੱਖ ਰੁਪਈਆ ਪਾਰਟੀ ਫੰਡ ਧੱਕੇ ਨਾਲ ਮੰਗਦੇ ਪਏ ਦਫ਼ਤਰ ਸੱਦ ਕੇ। ਉਹ ਹਾਈ ਕੋਰਟ ਦੇ ਵਿੱਚ ਚਲ ਜਾਂਦੀ ਕਿ ਮੈਨੂੰ ਸਿਕਿਉਰਿਟੀ ਜਿਹੜੀ ਉਹ ਕਿਉਂ? ਫਿਰ ਉਹ ਬਦਲਾਅ ਦੀ ਸਥਿਤੀ ਤੁਹਾਨੂੰ ਲੱਗਦਾ ਨਹੀਂ ਕਿ ਬਦਲਾਅ ਤੋਂ ਬਦਲੇ ਵਾਲੀਆਂ ਸਥਿਤੀਆਂ ਬਣਦੀਆਂ ਜਾ ਰਹੀਆਂ ਨੇ? ਚੀਫ ਮਿਨਿਸਟਰ ਪੰਜਾਬ ਮਿਸਟਰ ਪਵਨ ਸਿੰਘ ਮਾਨ, ਹੀ ਕੰਟਰੋਲ ਦੀ ਆਲ ਸਿਚੁਏਸ਼ਨ, ਹੀ ਇਜ਼ ਏ ਪਰਫੈਕਟ ਮੈਨ, ਐਫੀਸ਼ੀਐਂਟ ਹੈ, ਪਾਰਦਰਸ਼ੀ ਹੈ। ਮੈਂ ਸਮਝਦਾ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ, ਪਾਰਟੀ ਨੂੰ ਸਾਫ਼ ਰੱਖਣ ਵਾਸਤੇ ਚੀਫ ਮਿਨਿਸਟਰ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਉਹ ਕਰ ਰਹੇ ਨੇ, ਕੰਪੀਟੈਂਟ ਹੈਗੇ ਆ। ਔਰ ਮੇਰਾ ਖਿਆਲ ਇਸ ਤਰ੍ਹਾਂ ਦੀਆਂ ਗੱਲਾਂ, ਕਿਉਂਕਿ ਜੇ ਮੈਂ 92 MLAs ਹੈਗਾ, ਉਹਨਾਂ ਦੇ ਇਕੱਲੇ ਬਾਰੇ ਮੈਂ ਦੇਖਾਂ ਕਿ ਇਹ ਕੀ ਕਰਦੇ ਨੇ, ਕਿਸ ਤਰ੍ਹਾਂ ਸਿਸਟਮ, ਹਰ ਆਦਮੀ ਦਾ ਕੰਮ ਕਰਨ ਦਾ ਆਪਣਾ ਤਰੀਕਾ। ਕਈ ਲੋਕ ਆਉਂਦੇ ਨੇ ਪੋਲੀਟਿਕਸ ਬਹੁਤ ਲੌਂਗ ਲਾਈਫ ਜਿਹੜੇ ਜੀਂਦੇ ਨੇ, ਕਈ ਹੁੰਦੇ ਸ਼ਾਰਟ ਕਮਿੰਗਸ ਹੁੰਦੀਆਂ ਨੇ, ਤੇਜ਼ ਹਨੇਰੀਆਂ, ਤੇਜ਼ ਮੀਂਹ, ਤੇਜ਼ ਕੋਈ ਵੀ ਚੀਜ਼ ਹੋਏਗੀ, ਉਹਦੀ ਵਾਪਸੀ ਜਲਦੀ ਹੋ ਜਾਏਗੀ। ਆਈ ਥਿੰਕ ਸੋ, ਜੋ ਮੇਰੀ ਗੱਲ ਹੈ, ਮੈਂ ਤੁਹਾਡੀਆਂ ਗੱਲਾਂ ਸਾਰੀਆਂ ਸਮਝਦਾ। ਉਹਨਾਂ MLAs ਨੂੰ ਜਿਹੜੀ ਗੱਲਾਂ ਦੀ ਜਿਹਨਾਂ ਤੁਸੀਂ ਗੱਲ ਕੀਤੀ ਹੈ, ਚੀਫ ਮਿਨਿਸਟਰ ਨੋਟਿਸ ਹੈਗੇ ਆ, ਮੇਰੇ ਖਿਆਲ ਉਹਨਾਂ ਨੂੰ ਸੁਧਾਰਨਾ ਚਾਹੀਦਾ। ਜੇ ਆਮ ਆਦਮੀ ਪਾਰਟੀ ਜਿਹੜੇ ਸਰਵਾਈਵ ਕਰਨੀ ਚਾਹੁੰਦੀ ਹੈ ਨੈਕਸਟ 5 ਈਅਰ, 24 ਇਲੈਕਸ਼ਨ ਆਇਆ ਹੋਇਆ, ਫਿਰ ਅਗਲਾ ਇਲੈਕਸ਼ਨ 27 'ਚ MLA ਦਾ ਆ ਜਾਣਾ, ਹੋਰ ਕਾਰਪੋਰੇਸ਼ਨ ਦੇ ਇਲੈਕਸ਼ਨ ਆਏ ਆ, ਇਹਨੇ ਆਪਣੇ ਦਾਮਨ ਨੂੰ ਸਾਫ਼ ਸੁਥਰਾ ਰੱਖਣਾ, ਆਪਣੀ ਸ਼ਬਦ ਨੂੰ ਲੋਕਾਂ ਅੱਛੇ ਤਰੀਕੇ ਨਾਲ ਪੇਸ਼ ਕਰਨਾ, ਇਹ ਬਹੁਤ ਜ਼ਰੂਰੀ ਹੈ।
ਮੈਂ ਤੁਸੀਂ ਮੇਰੇ ਤੇ ਹੀ ਇਹ ਗੱਲ ਆਈ ਸੀ, ਮੈਂ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਸਾਫ਼ ਰੱਖਾਂ। ਮੇਰੇ ਕੋਲ ਵਿਰਸਾ ਪੋਲੀਟਿਕਸ ਦਾ ਸਰ ਬੂਟਾ ਸਿੰਘ ਮੇਰੀ ਆਪਣੀ ਉਹਨਾਂ ਦੀ ਲਾਈਫ ਜੋ ਅੱਜ ਮੈਂ ਸਿੱਖਿਆ, ਮੈਂ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਪਾਕ ਸਾਫ਼ ਰੱਖਾਂ ਤਾਂ ਕਿ ਮੇਰੇ ਤੋਂ ਕੋਈ ਐਸੀ ਗੱਲ ਨਾ ਹੋਵੇ ਕਿ ਜਿਹਦੇ ਨਾਲ ਮੇਰੇ ਔਰ ਮੇਰੀ ਫੈਮਿਲੀ ਉੱਤੇ ਜਾਂ ਮੇਰੇ ਬਜ਼ੁਰਗਾਂ ਦੇ ਕੋਈ ਐਸਾ ਨਾ ਹੋਵੇ। ਅੱਛਾ, ਤੁਸੀਂ ਆਪਣੀ ਗੱਲ ਕਰਦੇ ਹੋ ਕਿ ਤੁਸੀਂ ਸਰਦਾਰ ਬੂਟਾ ਸਿੰਘ ਹੋਰਾਂ ਦੀ ਵਿਰਾਸਤ ਜਿਹੜੀ ਆ ਉਹ ਸਿਆਸਤ ਦੇ ਵਿੱਚ ਲੈ ਕੇ ਆਉਂਦੇ ਔਰ ਆਪਣੀ ਕਮਿਊਨਿਟੀ ਖਾਸ ਤੌਰ 'ਤੇ ਉਹਦੇ ਲਈ ਹੱਕਾਂ ਦੀ ਲੜਾਈ ਜਿਹੜੀ ਆ ਉਹ ਲੜਦੇ ਹੋ। ਹੁਣੇ ਹੀ ਮਾਮਲਾ ਉੱਠਿਆ ਸੀਗਾ ਕਿ ਲਾਅ ਆਫਿਸਰ ਭਰਤੀ ਕਰਨੇ ਆ, ਉਹਦੇ ਵਿੱਚ ਇਸ਼ਤਿਹਾਰ ਕੱਢਦੀ ਹੈ ਇਹ ਸਰਕਾਰ। 58 ਪੋਸਟਾਂ ਜਿਹੜੀਆਂ ਉਹ ਰਿਜ਼ਰਵ ਰੱਖੀਆਂ ਜਾਂਦੀਆਂ ਐਸਸੀ ਭਾਈਚਾਰੇ ਦੇ ਲਈ। ਹੁਣ ਹਾਈ ਕੋਰਟ ਦੇ ਵਿੱਚ ਪਟੀਸ਼ਨ ਪੈ ਜਾਂਦੀ ਹੈ, ਹਾਈ ਕੋਰਟ ਕਹਿੰਦੇ ਆ ਕਿ ਭਾਈ ਕਿਉਂ ਨਾ ਤੁਹਾਡਾ ਜਿਹੜਾ ਉਹ ਰੱਦ ਕਰ ਦਿੱਤਾ ਜਾਵੇ ਉਹ ਵਿਗਿਆਪਨ, ਤੇ ਸਰਕਾਰ ਅਜੇ ਕੋਈ ਕਦਮ ਪੁੱਟਦੀ ਉਸ ਪਾਸੇ ਵੱਲ ਨਜ਼ਰ ਆ ਨਹੀਂ ਰਹੀ। ਇਹੀ ਚੀਜ਼ਾਂ ਚੁੱਪ ਚਪੀਤੇ ਵੀ ਕੀਤੀਆਂ ਜਾ ਸਕਦੀਆਂ ਸੀ ਜੇ ਤੁਸੀਂ ਕਰਨਾ ਹੀ ਹੁੰਦਾ ਕਿ ਇਸ ਤਰੀਕੇ ਨਾਲ, ਕਿਉਂਕਿ ਵਾਅਦਾ ਕੀਤਾ ਸੀਗਾ। ਆਈ ਐਗਰੀ ਮਾਨ ਸਾਹਿਬ ਨੂੰ ਡੈਪੂਟੇਸ਼ਨ ਮਿਲਿਆ, ਅੰਮ੍ਰਿਤਸਰ ਤੋਂ ਗਏ ਨੇ, ਵੀ ਸ਼ੋਰ ਕਿ ਮੈਂ ਆਈ ਵਿਲ ਡੂ। ਦੇਖੋ ਦੋ ਪਾਸੇ ਕੰਪੀਟੀਸ਼ਨ ਹੁੰਦਾ, ਆਈ ਡੋਂਟ ਸੇ ਐਨੀਥਿੰਗ ਬਟ ਜਨਰਲ ਕੈਟਾਗਰੀ ਤਾਂ ਅਦਰਸ ਜਿਹੜੇ ਹੈਗੇ ਐਸਸੀ ਕਮਿਊਨਿਟੀਜ਼ ਉਹਦੇ BCs ਵੀ ਆ ਜਾਂਦੇ ਨੇ, ਸੋ ਮੈਨੀ ਕਾਸਟ ਜਿਹੜੇ ਆ ਜਾਂਦੀਆਂ, ਉਹਦੇ ਵਿੱਚ ਹਰ ਬੰਦੇ ਨੂੰ ਕੋਰਟ ਦਾ ਸਹਾਰਾ ਲੈਣ ਦੀ ਲੋੜ ਹੈ। ਮੇਰੇ ਕੋਲ ਕਈ 2-3 ਕੇਸ ਆਏ ਹੋਏ ਆ ਹਾਈ ਕੋਰਟਸ ਜਿਹੜੇ ਹੈਗੇ ਨੇ, ਅਸੀਂ ਇੱਥੇ ਫੈਸਲਾ ਕਰਨਾ ਚਾਹੁੰਦੇ ਹਾਂ, ਦੋਨੋਂ ਪਾਰਟੀਆਂ ਵੀ ਮੰਨਦੀਆਂ, ਇਹਨੂੰ ਵਿਲ ਟਰਾਈ। ਲੇਕਿਨ ਇਹ ਮੈਂ ਸਮਝਦਾ ਭਗਵੰਤ ਸਿੰਘ ਮਾਨ ਨੇ ਜੋ ਫੈਸਲਾ ਕੀਤਾ ਉਹ ਠੀਕ ਹੈ। ਇੱਕ ਗੱਲ ਮੈਂ ਕਹਿਣੀ ਚਾਹੁੰਦਾ, ਜੋ ਮੇਰਾ ਤਜਰਬਾ ਹੈਗਾ ਕਿ ਬੱਚੇ ਦੀ ਪੈਦਾਇਸ਼ ਤੋਂ ਬਾਅਦ ਉਹ ਥੋੜ੍ਹਾ ਸਮਾਂ ਲੱਗਦਾ, 5-6 ਮਹੀਨੇ ਦੇ ਵਿੱਚ ਗੌਰਮੈਂਟ ਜਿਹੜੀ ਹੈ ਗੋਟ ਐਕਸਪੀਰੀਅੰਸ ਕਰ ਰਹੀ ਹੈ, ਅੱਛਾ ਕਰ ਰਹੀ ਹੈ, ਤੋ ਇੰਨੀ ਐਕਸਪੈਕਟੇਸ਼ਨ ਜਿਹੜੀਆਂ ਆਸਤੇ ਆਸਤੇ ਜਿਹੜੀਆਂ ਉਹ ਪੂਰੀਆਂ ਹੋ ਜਾਣਗੀਆਂ। ਜਿਹੜੀ ਕ੍ਰਿਟਿਸਿਜ਼ਮ ਦੀ ਗੱਲ ਹੈ, ਮੈਂ ਦੱਸਿਆ ਸੀ ਚੈਨਲਸ ਵਾਲੇ ਮੇਰੇ ਬੜੇ ਪਿੱਛੇ ਪਏ ਸੀ, 2-3 ਘੰਟੇ ਟਾਈਮ ਵੀ ਖਰਾਬ ਕਰਨਾ, ਮੇਰੇ ਨੇਤਰੇ ਵੀ ਡਿਸਟਰਬ ਹੁੰਦਾ ਸੀ। ਆਈ ਰਿਫਿਊਜ਼ ਕਿ ਜਿਹੜੇ ਕ੍ਰਿਟਿਸਿਜ਼ਮ ਕਰਦੇ ਨੇ ਉਹਨਾਂ ਦਾ ਸਿਰਫ ਉਹ ਸੇਮ ਬੰਦੇ ਹੁੰਦੇ ਨੇ ਹਰ ਚੈਨਲ ਦੇ ਉੱਤੇ, ਉੱਧਰ ਹੋਵੇ ਉਹਨਾਂ ਦਾ ਸਮੇਂ ਕ੍ਰਿਟਿਸਿਜ਼ਮ ਕਰਨਾ, ਸਿਰਫ ਆਪਣੇ ਆਪ ਨੂੰ ਸ਼ੋਅ ਕਰਨਾ। ਆਈ ਡੋਂਟ ਬਿਲੀਵ ਇਨ ਦੈਟ ਮੈਟਰ। ਭਗਵੰਤ ਸਿੰਘ ਮਾਨ ਦੀ ਸਰਕਾਰ ਵੀ ਇਹਨਾਂ ਗੱਲਾਂ 'ਚ ਬਿਲੀਵ ਨਹੀਂ ਕਰਦੀ। ਵੀ ਵਿਲ ਡੂ, ਵੀ ਪ੍ਰੋਮਿਸ, ਅਸੀਂ ਪੰਜਾਬ ਦੇ ਲੋਕਾਂ ਨਾਲ ਸਮਝੋ ਇੱਕ ਵਾਅਦਾ ਕੀਤਾ ਭਗਵੰਤ ਸਿੰਘ ਮਾਨ ਨੇ, ਔਰ ਉਹ ਵਾਅਦਾ ਅਸੀਂ ਮੈਂ ਸਮਝਦਾ ਕਿ ਲੋਕਾਂ ਨਾਲ ਨਾ ਕੀਤਾ, ਅਸੀਂ ਆਪਣੀ ਆਤਮਾ ਨਾਲ ਕੀਤਾ, ਪਰਮਾਤਮਾ ਨਾਲ ਕੀਤਾ, ਆਪਣੇ ਗੌਡ ਨਾਲ ਕੀਤਾ ਕਿ ਅਸੀਂ ਜੋ ਪੰਜਾਬ 'ਚ ਕਿਹਾ ਉਹ ਆਮ ਆਦਮੀ ਪਾਰਟੀ ਪੂਰਾ ਕਰੇਗੀ। ਅੱਛਾ, ਇੱਕ ਨਾ ਜਦੋਂ ਜ਼ਿਮਨੀ ਚੋਣ ਹੋਈ ਸੀ ਫਗਵਾੜੇ 'ਚ, ਮਾਨ ਸਾਹਿਬ ਤੁਹਾਡੇ ਮਨ ਦੇ ਅੰਦਰ ਇੱਕ ਪਰੇਸ਼ਾਨੀ ਸੀ ਕਿ ਟਿਕਟ ਕਿਉਂ ਨਹੀਂ ਦਿੱਤੀ ਗਈ। ਇੰਨਾ ਪੁਰਾਣਾ ਕਾਂਗਰਸ ਸੀ, 50 ਸਾਲ ਦਾ ਜਿਹੜਾ ਆ ਉਹ ਕਾਂਗਰਸ ਦੇ ਵਿੱਚ ਆਪਣਾ ਜੀਵਨ ਬਿਤਾਤਾ ਹੈ, ਲੰਬਾ ਸਮਾਂ ਆ, ਟਿਕਟ ਨਹੀਂ ਦਿੱਤੀ, ਨਾਰਾਜ਼ਗੀ ਜਤਾਈ। ਕੈਪਟਨ ਅਮਰਿੰਦਰ ਸਿੰਘ ਹੋਰੀ ਆਪ ਆਏ ਸੀਗੇ ਤੇ ਤੁਹਾਨੂੰ ਮਾਣ ਸਤਿਕਾਰ ਵੀ ਦਿੱਤਾ ਗਿਆ ਸੀਗਾ, ਚੇਅਰਮੈਨ ਬਣਾਇਆ ਗਿਆ, ਕੈਬਨਿਟ ਰੈਂਕ ਦਿੱਤਾ ਗਿਆ ਸੀਗਾ। ਹੁਣ ਇਸ ਸਰਕਾਰ ਦੇ ਵਿੱਚ ਤੁਸੀਂ ਚੋਣ ਲੜੀ ਔਰ ਮੇਰਾ ਖਿਆਲ ਹੈ ਕਿ ਆਮ ਆਦਮੀ ਪਾਰਟੀ ਨੇ ਐਡੀ ਤਗੜੀ ਟੱਕਰ ਕਦੀ ਫਗਵਾੜੇ ਦੇ ਵਿੱਚੋਂ ਦਿੱਤੀ ਨਹੀਂ ਹੋਣੀਆਂ, ਜਿਹੜੀਆਂ 2-3 ਚੋਣਾਂ ਲੜੀਆਂ ਵੀ ਸੀਗੀਆਂ, ਜਿੰਨੀ ਤੁਸੀਂ ਦੂਸਰੇ ਨੰਬਰ 'ਤੇ ਰਹੇ ਹੋ, ਤੁਸੀਂ ਇੰਨੀ ਤਗੜੀ ਟੱਕਰ ਸੀਗੀ। ਹੁਣ ਉਹਦੇ ਤੋਂ ਬਾਅਦ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਚੇਅਰਮੈਨੀਆਂ ਪਿਛਲੇ ਦਿਨੀ ਵੰਡੀਆਂ ਆ। ਕੀ ਗੱਲ ਕਿ ਸਾਬਕਾ ਮੰਤਰੀ ਰਹਿ ਚੁੱਕੇ ਆ, ਇੰਨਾ ਤਜਰਬਾ ਰਹਿ ਚੁੱਕਾ ਆ, ਫਿਰ ਇੱਕ ਖਾਸ ਵਰਗ ਦੀ ਨੁਮਾਇੰਦਗੀ ਵੀ ਕਰਦੇ ਹੋ, ਬਾਵਜੂਦ ਇਹਦੇ ਉਹਨਾਂ ਚੇਅਰਮੈਨੀਆਂ ਦੇ ਵਿੱਚ ਕਿਤੇ ਜੋਗਿੰਦਰ ਸਿੰਘ ਮਾਨ ਦਾ ਨਾਮ ਨਜ਼ਰ ਨਹੀਂ ਆਇਆ। ਲਾਲਚ ਦਾ ਨਾਂ ਨਹੀਂ, ਡਿਊਟੀ ਪਰਫਾਰਮ ਕਰਨਾ ਚਾਹੀਦਾ ਜੀ। ਮੈਂ ਆਪਣੀ ਡਿਊਟੀ ਬੈਸਟ ਤੋਂ ਬੈਸਟ ਪਰਫਾਰਮ ਕਰਨਾ ਚਾਹੁੰਦਾ ਐਜ਼ ਐਕਸਪੀਰੀਅੰਸ ਦੇ ਤੌਰ 'ਤੇ। ਜਿਸ ਤਰ੍ਹਾਂ ਤੁਸੀਂ ਮਿਜਸ ਕਮਿਊਨਿਟੀ ਨੂੰ ਮੈਂ ਬਲੌਗ ਕਰਦਾ, ਆਈ ਨੋ ਮੈਂ ਬਹੁਤ ਕੁਛ ਦੇਖਿਆ। ਮੈਂ ਉਹ ਸ਼ਖਸ ਹਾਂ ਜਿਹਨੂੰ ਬਾਈ ਨੇਮ ਲੈ ਕੇ ਮੈਂ ਉਹ ਸ਼ਬਦ ਨਹੀਂ ਕਹਿੰਦਾ, ਅੱਛਾ ਨਹੀਂ ਸੋਸਾਇਟੀ 'ਚ ਵਰਤਣ ਬਾਜ਼ ਮਾਰੀ ਜਾਂਦੀ ਸੀ। ਮੈਂ ਉਹ ਸ਼ਖਸ ਜਿਸ ਨੂੰ ਆਡੋ ਪਾਣੀ ਪਿਲਾਇਆ। ਮੈਂ ਉਹ ਸ਼ਖਸ ਹਾਂ ਜੋ ਕਿਤੇ ਲੇਬਰ ਕਰਦੇ ਹੋਏ ਤਾਂ ਉੱਤੋਂ ਹੱਥ ਦੇ ਉੱਤੇ ਰੋਟੀ ਦੂਰੋਂ ਸੁੱਟੀ ਜਾਂਦੀ ਤਾਂ ਉਹਦੇ ਉੱਤੇ ਸਬਜ਼ੀ ਪਰੋਸੀ ਜਾਂਦੀ ਸੀ ਉੱਤੋਂ ਸਾਰਾ ਕੁਝ। ਮੈਂ ਉਹ ਕੁਛ ਦੇਖਿਆ, ਇਹ ਗੱਲਾਂ ਮੇਰੇ ਹਿਰਦੇ 'ਚ ਲਿਖੀਆਂ ਹੋਈਆਂ ਨੇ। ਜੋ ਵਿਹਾਰ ਮੈਨੂੰ ਬਚਪਨ ਦੇ ਵਿੱਚ ਹੋਇਆ ਐਜ਼ ਮੇਰੀ ਕਮਿਊਨਿਟੀ ਕਰਕੇ ਮੈਨੂੰ ਕਦੀ ਸਾਰੀ ਉਮਰ ਨਹੀਂ ਭੁੱਲਦਾ। ਸ਼ਾਇਦ ਉਸੇ ਵਿਹਾਰ ਦੀ ਯਾਦ ਨੂੰ ਆਪਣੇ ਮਨ ਵਿੱਚ ਤਾਜ਼ਾ ਕਰਕੇ ਮੈਂ ਆਪਣੀ ਕੌਮ ਦੀ ਜੋ ਕੁਛ ਇੱਕ ਸੀਰੀ ਦੀ ਜ਼ਿੰਦਗੀ, ਇੱਕ ਗੋਹਾ ਚੁੱਕਣ ਵਾਲੀ ਲੇਡੀ ਦੀ, ਇੱਕ ਪੱਠੇ ਖੇਤਾਂ 'ਚ ਲਿਆਉਣ ਵਾਲੀ ਲੇਡੀ ਦੀ ਜ਼ਿੰਦਗੀ, ਸਿਰ 'ਤੇ ਪੱਠੇ ਲਿਆ ਕੇ 5-6 ਬੱਚੇ ਪਾਲਣੇ ਆ, ਉਹ ਦੁੱਧ ਵੇਚ ਕੇ ਕੋਈ ਗੁਜ਼ਾਰਾ ਕਰਨਾ, ਉਹ ਮੇਰੀਆਂ ਅੱਖਾਂ ਦੇ ਵਿੱਚ ਆਂਝੂ ਜਿਹੜੇ ਆ, ਮੇਰੀ ਮਾਂ ਦੀ ਲਾਈਫ ਜਿਹੜੀ ਉਹ ਮੇਰੇ ਸੀਨ ਮੇਰੀਆਂ ਅੱਖਾਂ ਸਾਹਮਣੇ। ਆਈ ਵਿਲ ਪਰਫਾਰਮ ਮਾਈ ਡਿਊਟੀ ਵਿਦ ਟਰਸਟ, ਔਰ ਮੈਂ ਆਪਣੀ ਕੌਮ ਨੂੰ ਇਸ ਦੋਜ਼ਖ ਦੀ ਅੱਗ ਦੇ ਵਿੱਚੋਂ ਕੱਢਣ ਵਾਸਤੇ ਯਤਨਸ਼ੀਲ ਰਹਾਂ। ਚੇਅਰਮੈਨੀ ਦੀ ਕੋਈ ਲਾਲਸਾ ਜਾਂ ਇੱਛਾ ਨਹੀਂ ਹੈ ਜਾਂ ਅਫਸੋਸ ਤਾਂ ਨਹੀਂ ਹੈ ਕੋਈ ਇਸ ਤਰੀਕੇ ਦਾ? ਪਾਰਟੀ ਜੇ ਮੇਰੀ ਪਾਰਟੀ ਮੇਰੀ ਲੋੜ ਮਹਿਸੂਸ ਕਰੇਗੀ, ਮੈਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ, ਪਰ ਪਾਰਟੀ ਨੂੰ ਇਹਨੇ ਕਹਿ ਲਓ, ਮੈਂ ਕਹਿ ਦਿੰਦਾ ਤੁਸੀਂ ਮੇਰੇ ਨਾਲ ਗੱਲ ਕਰਦੇ ਹੋ ਕਿ ਮੇਰੀ ਸਰਵਿਸ ਜਿਹੜੀਆਂ ਹੈਗੀਆਂ ਪਾਰਟੀ ਨੂੰ ਉਹਦਾ ਫਾਇਦਾ ਉਠਾਉਣਾ ਚਾਹੀਦਾ।
ਕਿਉਂਕਿ ਮੈਂ ਜਿਸ ਕਮਿਊਨਿਟੀ 'ਚ ਪੈਦਾ ਹੋਇਆ ਅੱਜ ਵੀ ਜੋ ਉਹਨਾਂ ਦਾ ਹਾਲ ਹੈ, ਮੇਰੇ ਫੁਆੜੇ ਦੇ ਵਿੱਚ ਮੈਂ ਅੱਜ ਦੀ ਗੱਲ ਕਰਾਂ 4 ਕੇਸ ਐਸੇ ਨੇ ਜਿੱਥੇ ਐਸੀ ਲੋਕਾਂ ਦੇ ਪਾਣੀ ਨੂੰ ਰੋਕਿਆ ਗਿਆ ਹੈ। ਇਸ ਦੀਆਂ ਗੱਲਾਂ ਜਦੋਂ ਮੇਰੀਆਂ ਅੱਖਾਂ ਦੇ ਸਾਹਮਣੇ ਆਉਂਦੀਆਂ ਤਾਂ ਮੈਨੂੰ ਉਹ ਜ਼ਮਾਨਾ ਪੁਰਾਣਾ ਜ਼ਮਾਨਾ ਯਾਦ ਆ ਜਾਂਦਾ। ਇਸ ਚੀਜ਼ ਦਾ ਸਟੂਡੈਂਟ ਹੈ, ਏਂਸ਼ੀਅੰਟ ਹਿਸਟਰੀ ਪੜ੍ਹੀ ਆ, ਹੁਣ ਵੀ ਪੜ੍ਹਦਾ, ਸਿੱਖੀਜ਼ਮ ਨੂੰ ਬਿਲੋਂਗ ਕਰਦਾ, ਉਸ ਥਿਊਰੀ ਤੋਂ ਕੋਸ਼ਿਸ਼ ਕਰਦਾ ਚੱਲਣ ਦੀ, ਪਰ ਉੱਥੇ ਕਿਤੇ ਨਹੀਂ ਸੀ ਕਿ ਅਜਿਹਾ ਵਿਹਾਰ ਦੁਰਵਿਹਾਰ ਜਾਂ ਜਾਤ ਪਾਤ ਦੇ ਉੱਤੇ ਦੂਸਰਿਆਂ ਬੰਦਿਆਂ ਨਾਲ ਅੱਜ ਦੇ ਸਮੇਂ ਵਿੱਚ ਵਿਹਾਰ ਕੀਤਾ ਜਾਵੇ ਅਤੇ ਉਹਨਾਂ ਨੂੰ ਘਟੀਆ ਸਮਝ ਕੇ ਉਹਨਾਂ ਨੂੰ ਬੈਡ ਟਰੀਟ ਕੀਤਾ ਜਾਵੇ। ਆਈ ਡੋਂਟ ਲਾਈਕ ਦਿਸ। ਕੋਈ ਬਦਲਾਅ ਲੱਗਦਾ? ਤੁਸੀਂ ਕਾਂਗਰਸ ਦੇ ਵਿੱਚ ਵੀ ਰਹੇ ਹੋ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਹੁਣ ਤੁਹਾਨੂੰ ਕਾਫੀ ਮੈਨੂੰ ਲੱਗਦਾ ਕਿ ਚਿਰ ਤਾਂ ਹੋ ਹੀ ਗਿਆ, ਤਜਰਬਾ ਤੁਸੀਂ ਇੱਧਰਲੇ ਪਾਸੇ ਵਾਲਾ ਵੀ ਲੈ ਲਿਆ। ਬਿਹਤਰ ਲੱਗਦੀ ਹੈ ਕਾਂਗਰਸ ਨਾਲੋਂ ਆਮ ਆਦਮੀ ਪਾਰਟੀ, ਜਾਂ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਅਜੇ ਨਵੀਂ ਆ, ਪੋਲੀਟੀਕਲ ਤੌਰ 'ਤੇ ਬੜਾ ਕੁਝ ਅਜੇ ਇਸ ਪਾਰਟੀ ਨੂੰ ਸਿੱਖਣ ਦੀ ਜ਼ਰੂਰਤ ਹੈਗੀ ਹੈ? ਕਦੀ ਵੀ ਕਿਸੇ ਕੰਮ 'ਚ ਕੋਈ ਪਰਫੈਕਟ ਨਹੀਂ ਬੰਦਾ ਹੋਇਆ, ਨਹੀਂ ਹੋਇਆ। ਗੁਰੂ ਨਾਨਕ ਦੇਵ ਜੀ ਆਪ ਜੀ ਨੂੰ ਵਿਦਿਆਰਥੀ ਸਮਝਦੇ ਸਨ। ਮੈਂ ਉਸ ਵਿਚਾਰਧਾਰਾ ਦਾ ਧਾਰਨੀ ਹਾਂ। ਕੋਸ਼ਿਸ਼ ਬਹੁਤ ਸਾਰੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ। ਤੁਸੀਂ ਗੱਲ ਕੀਤੀ ਡਿਵੈਲਪਮੈਂਟ ਦੀਆਂ, ਇਹਦੇ 'ਚ ਸਾਰੇ ਇਸ਼ੂ ਆਉਂਦੇ ਨੇ। ਅੱਜ ਤੱਕ ਅਸੀਂ ਪਿੰਡ ਨੂੰ, ਕਿਸੇ ਮੁਹੱਲੇ ਨੂੰ, ਕਿਸੇ ਸ਼ਹਿਰ ਨੂੰ ਇਹ ਨਹੀਂ ਕਹਿ ਸਕਦੇ ਕੰਪਲੀਟ ਹੋ ਗਿਆ, ਅਤੇ ਨਾ ਆਦਮੀ ਇਹ ਸਮਝ ਸਕਦਾ ਕਿ ਮੈਂ ਕਿਸੇ ਗੱਲ 'ਚ ਪਰਫੈਕਟ ਹੋ ਗਿਆ। ਇਹ ਲੜਾਈ ਚੱਲਦੀ ਰਹੇਗੀ ਔਰ ਗੌਰਮੈਂਟ ਜਿਹੜੀ ਆ ਅੱਛੇ ਤੋਂ ਅੱਛੇ ਪਰਫਾਰਮ ਕਰੇਗੀ। ਸਾਧ ਭਗਵੰਤ ਸਿੰਘ ਮਾਨ ਜੋ ਉਹਨਾਂ ਦਾ ਬੇਸ, ਮੈਂ ਪਹਿਲੇ ਵੀ ਗੱਲ ਕੀਤੀ ਸੀ, ਮੈਂ ਜ਼ਿਆਦਾ ਇਸ 'ਚ ਜ਼ੋਰ ਨਹੀਂ ਦਿੰਦਾ, ਵਿਲ ਡੂ ਬੈਸਟ ਆਫ ਦੀ ਬੈਸਟ। ਮੇਰਾ ਸਵਾਲ ਹੈ ਕਿ ਦੋਨਾਂ ਪਾਰਟੀਆਂ ਦੇ ਵਿੱਚ ਕੰਮ ਕਰਕੇ ਤੁਹਾਨੂੰ ਫਰਕ ਕੀ ਨਜ਼ਰ ਆਇਆ? ਕਿਹੜੀ ਚੀਜ਼ ਬਿਹਤਰ ਸੀ? ਕਾਂਗਰਸ ਦੇ ਵਿੱਚ ਪਾਰਟੀ ਪੱਧਰ 'ਤੇ ਚੀਜ਼ਾਂ ਬਿਹਤਰ ਸੀਗੀਆਂ ਜਾਂ ਪਾਰਟੀ ਪੱਧਰ 'ਤੇ ਆਮ ਆਦਮੀ ਪਾਰਟੀ 'ਚ ਚੀਜ਼ਾਂ ਬਿਹਤਰ ਆ? ਆਪਣੇ ਅਮਾਨ ਨੂੰ ਬਰਕਰਾਰ ਰੱਖਾਂਗਾ, ਜਿਸ ਵੀ ਪਾਰਟੀ 'ਚ ਹੋਵਾਂ ਮੇਰਾ ਅਮਾਨ ਬਰਕਰਾਰ ਰਹੇਗਾ। ਮੇਰੇ 'ਤੇ ਮੈਂ ਕਿਸੇ 'ਤੇ ਪ੍ਰੈਸ਼ਰ ਨਹੀਂ ਮੰਨਦਾ। ਜਿਸ ਵੀ ਪਾਰਟੀ 'ਚ ਰਹਾਂ, ਜੋ ਮੇਰੀ ਹਸਤੀ ਹੈ ਮੈਂ ਉਹ ਆਪਣੀ ਹਸਤੀ ਨੂੰ ਬਰਕਰਾਰ ਰੱਖਾਂ। ਸਥਿਤੀਆਂ ਪਾਰਟੀ ਦੀਆਂ ਜੋ ਮਰਜ਼ੀ ਹੋਣ, ਜੋ ਅਕਾਲੀ ਦਲ ਨੇ ਰਾਜ ਕੀਤਾ ਉਹ ਤੁਹਾਡੀਆਂ ਸਾਹਮਣੇ ਆ, ਸਭ ਦੇਖ ਰਹੇ ਨੇ, ਕਰ ਰਹੇ ਨੇ। ਪਾਣੀ 'ਚ ਬੱਸਾਂ, ਫਜ਼ੂਲ ਗੱਲਾਂ, ਸਿੱਖ ਚਲੀ ਵਾਲੀਆਂ ਗੱਲਾਂ, ਕਾਂਗਰਸ ਦੀ ਕੈਪਟਨ ਸਾਹਿਬ ਦੇ ਸਭ ਕੁਛ ਹੋਣ ਦੇ ਬਾਵਜੂਦ ਵੀ ਫਾਈਲਾਂ ਮੇਰੇ ਕੋਲ ਆਈਆਂ, ਕੋਈ ਪਤਾ ਸ਼ੋਅ ਨਾ ਕਰਨਾ, ਵਿਸ਼ਾਲ ਬੈਡ। ਆਈ ਗੋਟ ਦਿਸ ਐਕਸਪੀਰੀਅੰਸ। ਉਹਨਾਂ ਦੀ ਇੱਕ ਗੱਲ ਦਾ ਕਹਿਣ ਦੇ ਉੱਤੇ ਮੈਨੂੰ ਸਾਰੀ ਗੱਲ ਜਿਹੜੀ ਯਾਦ ਆ ਜਾਂਦੀ ਹੈ। ਜੇ ਭਗਵੰਤ ਸਿੰਘ ਮਾਨ ਇਹਨਾਂ ਗੱਲਾਂ ਨੂੰ, ਦੋਸ਼ਾਂ ਨੂੰ ਦੇਖਦੇ ਹੋਏ ਮੇਰਾ ਖਿਆਲ ਲੁਕਾਉਣ ਦੀ ਕੋਸ਼ਿਸ਼ ਕਰਨਗੇ ਤਾਂ ਉਹ ਇਨਸਾਫ ਨਹੀਂ ਕਰਨਗੇ ਮੇਰਾ ਖਿਆਲ। ਲੇਕਿਨ ਜੋ ਮੇਰੀ ਆਤਮਾ ਕਹਿੰਦੀ ਹੈ, ਸਰ ਭਗਵੰਤ ਸਿੰਘ ਮਾਨ ਪੰਜਾਬ ਨਾਲ ਇਸ ਤਰ੍ਹਾਂ ਕਦੀ ਨਹੀਂ ਕਰਨਗੇ। ਪੰਜਾਬ ਦੇ ਲੋਕਾਂ ਨੂੰ ਦੀ ਬੈਸਟ ਐਡਮਿਨਿਸਟ੍ਰੇਸ਼ਨ ਜਿਹੜੇ ਉਹ ਪ੍ਰਵਾਨ ਕਰਨ। ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ, ਧੰਨਵਾਦ। ਸੋ ਜੋਗਿੰਦਰ ਸਿੰਘ ਮਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਪੰਜਾਬ ਦੀ ਬਿਹਤਰੀ ਲਈ ਕੰਮ ਕਰੇਗੀ ਔਰ ਖ਼ਾਸ ਤੌਰ 'ਤੇ ਵਿਸ਼ੇਸ਼ ਵਿਸ਼ਵਾਸ ਉਹਨਾਂ ਦਾ ਭਗਵੰਤ ਮਾਨ ਦੇ ਵਿੱਚ ਹੈ, ਮੁੱਖ ਮੰਤਰੀ ਪੰਜਾਬ ਦੇ ਵਿੱਚ ਹੈ। ਪਰ ਫਿਲਹਾਲ ਵਿਰੋਧੀ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਨੁਕਤਾਚੀਨੀ ਵੀ ਕਰਦੇ ਨੇ ਔਰ ਇਹੀ ਤਾਂ ਸਿਆਸਤ ਹੁੰਦੀ ਹੈ। ਕਦੀ ਵੀ ਕੋਈ ਸੱਤਾ ਇਹੋ ਜਿਹੀ ਨਹੀਂ ਰਹੀ ਕਿ ਜਿਹਦੀ ਆਲੋਚਨਾ ਨਾ ਹੋਈ ਹੋਵੇ। ਉਹ ਭਾਵੇਂ ਕੰਮ ਚੰਗਾ ਕਰੇ, ਭਾਵੇਂ ਕੰਮ ਮਾੜਾ ਕਰੇ। ਪਰ ਇਹਨਾਂ ਸਥਿਤੀਆਂ ਦੇ ਵਿੱਚ ਅਜੇ 6 ਕੁ ਮਹੀਨੇ ਹੋਣ ਜਾ ਰਿਹਾ ਇਸ ਸਰਕਾਰ ਨੂੰ। ਅਜੇ ਹੋਰ ਥੋੜ੍ਹਾ ਵਕਤ, ਘੱਟੋ ਘੱਟ ਸਾਲ ਦਾ ਵਕਤ ਕਿਹਾ ਜਾ ਰਿਹਾ ਕਿ ਦਿੱਤਾ ਜਾਣਾ ਚਾਹੀਦਾ। ਫਿਰ ਕਿੰਤੂ ਪਰੰਤੂ ਕੀਤੇ ਜਾਣੇ ਚਾਹੀਦੇ, ਕਿਉਂਕਿ ਪਿਛਲੀਆਂ ਸਰਕਾਰਾਂ ਦੇ ਰਹਿੰਦੇ ਕੰਮਾਂ ਨੂੰ ਪੂਰਾ ਕਰਨਾ ਇਹ ਖਾਲਾ ਜੀ ਦਾ ਵਾੜਾ ਨਹੀਂ ਹੋਏਗਾ। ਪਰ ਫਿਲਹਾਲ ਕੋਸ਼ਿਸ਼ਾਂ ਬਾਦਸਤੂਰ ਜਾਰੀ ਨੇ। ਇਹ ਕੋਸ਼ਿਸ਼ਾਂ ਸਿਰਫ ਦਿਖਾਵੇ ਦੀਆਂ ਨੇ ਤਾਂ ਜ਼ਮੀਨੀ ਪੱਧਰ 'ਤੇ ਵੀ ਇਹਨਾਂ ਦਾ ਕੋਈ ਅਸਰ ਨਜ਼ਰ ਆਏਗਾ, ਇਹ ਵਕਤ ਦੇ ਉੱਤੇ ਨਿਰਭਰ ਕਰਦਾ। ਪਰ ਫਿਲਹਾਲ ਪਾਰਟੀ ਦੇ ਵੱਲੋਂ ਦਾਅਵੇ ਬੜੇ ਵੱਡੇ ਕੀਤੇ ਜਾ ਰਹੇ ਆ। ਫਿਲਹਾਲ ਇਸੇ ਦੇ ਨਾਲ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ।